ਸਤਿ ਸ਼੍ਰੀ ਅਕਾਲ ਜੀ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਮੈਂ ਲੈ ਕੇ ਹਾਜ਼ਰ ਹੋਈ ਹਾਂ ਨਾਵਲ ਮੱਖੀਆਂ ਦਾ ਭਾਗ 14। ਇਹ ਬੜੀ ਦਲੇਰ ਤੇ ਹੌਸਲੇ ਵਾਲੀ ਕੁੜੀ ਹੈ। ਇਸ ਦੀ ਮਾਂ ਮਾਨਸਿਕ ਰੋਗੀ ਹੈ ਅਤੇ ਪੱਕੇ ਤੌਰ 'ਤੇ ਹਸਪਤਾਲ ਵਿੱਚ ਹੀ ਦਾਖਲ ਹੈ। ਮੈਂ ਬਹੁਤ ਵਾਰ ਇਹ ਵੀ ਸੋਚਦੀ ਹਾਂ ਕਿ ਅਸੀਂ ਸਿਰਫ ਆਪਣੇ ਦੁੱਖ ਨੂੰ ਹੀ ਵੱਡਾ ਬਣਾ ਕੇ ਵੇਖਣ ਵਿੱਚ ਰੁੱਝੇ ਰਹਿੰਦੇ ਹਾਂ। ਇਸ ਦੁਨੀਆ ਵਿੱਚ ਕਿੰਨੇ ਲੋਕ ਕਿੰਨੇ ਜ਼ਿਆਦਾ ਦੁਖੀ ਹਨ। ਅਸੀਂ ਹਮੇਸ਼ਾ ਇਹ ਸੋਚਦੇ ਹਾਂ ਕਿ ਕੋਈ ਸਾਡਾ ਦੁੱਖ ਘੱਟ ਕਰੇ, ਪਰ ਆਪ ਅਸੀਂ ਕਦੇ ਵੀ ਕਿਸੇ ਦੇ ਦੁੱਖ ਨੂੰ ਘੱਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਲਈ ਹਰ ਕੋਈ ਆਪੋ ਆਪਣੇ ਦੁੱਖਾਂ ਵਿੱਚ ਡੁੱਬਿਆ ਹੋਇਆ ਹੈ। ਇਸ ਕਰਕੇ ਹੀ ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਕਿਸੇ ਦੇ ਕੰਮ ਆ ਸਕਾਂ। ਇਸ ਕੁੜੀ ਦਾ ਨਾਮ ਪੂਨਮ ਹੈ। ਸਾਲ ਕੁ ਪਹਿਲਾਂ ਹੀ ਮੈਨੂੰ ਇਹ ਮਿਲੀ ਸੀ। ਇਹ ਮੇਰੇ ਸਟੇਟਸ ਪੜ੍ਹਦੀ ਰਹਿੰਦੀ ਸੀ। ਸਾਲ ਕੁ ਪਹਿਲਾਂ ਮਿਲੀ, ਮੈਨੂੰ ਫੋਲੋ ਕਰਦੀ ਹੈ ਫੇਸਬੁੱਕ 'ਤੇ। ਫਿਰ ਅਸੀਂ ਫਰੈਂਡ ਬਣ ਗਏ। ਹੌਲੀ ਹੌਲੀ ਗੱਲਬਾਤ ਕਰਦੇ ਕਰਦੇ ਇਸ ਨੇ ਮੈਨੂੰ ਦੱਸਿਆ ਕਿ ਇਹ ਕਾਲ ਗਰਲ ਹੈ। ਬਹੁਤੇ ਇਸ ਦੇ ਕਰੀਬੀ ਲੋਕ ਇਸ ਬਾਰੇ ਨਹੀਂ ਜਾਣਦੇ। ਸ਼ਾਇਦ ਇਸ ਦੇ ਸਾਰੇ ਫਰੈਂਡਸ ਵਿੱਚੋਂ ਮੈਂ ਹੀ ਜਾਣਦੀ ਹਾਂ ਕਿ ਉਹ ਕਾਲ ਗਰਲ ਹੈ, ਕਿਉਂਕਿ ਇਹ ਮੇਰੇ 'ਤੇ ਵਿਸ਼ਵਾਸ ਕਰਦੀ ਹੈ। ਪੂਨਮ ਆਖਦੀ ਹੈ ਕਿ ਮਾਇਰਾ, ਤੈਨੂੰ ਸਿਰਫ ਇੱਕ ਵਾਰ ਹੀ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਹੈ ਕਿ ਤੇਰੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ ਗਏ, ਪਰ ਉਸ ਨਾਲ ਇਹ ਹਰ ਰੋਜ਼ ਹੋਣ ਵਾਲਾ ਕੰਮ ਹੈ। ਉਸ ਨੇ ਮੈਨੂੰ ਬਹੁਤ ਸਮਝਾਇਆ ਕਿ ਐਵੇਂ ਮੈਂ ਇਸ ਗੱਲ ਨੂੰ ਮਨ 'ਤੇ ਲਾਇਆ ਹੋਇਆ ਹੈ। ਉਹ ਕਹਿੰਦੀ ਹੈ ਕਿ ਮੈਨੂੰ ਇਸ ਗੱਲ ਨੂੰ ਇਸੇ ਤਰ੍ਹਾਂ ਭੁੱਲ ਜਾਣਾ ਚਾਹੀਦਾ ਹੈ ਜਿਵੇਂ ਅਸੀਂ ਕਦੇ ਬਾਹਰ ਜਾਈਏ, ਕਿਸੇ ਹੋਟਲ 'ਤੇ ਰੋਟੀ ਖਾਈਏ, ਉੱਥੇ ਖਾਣਾ ਸਵਾਦ ਨਾ ਮਿਲਿਆ ਹੋਵੇ। ਅਸੀਂ 1-2 ਦਿਨ ਹੀ ਅਜਿਹੀ ਗੱਲ ਯਾਦ ਰੱਖਦੇ ਹਾਂ ਕਿ ਖਾਣਾ ਬੇਸਵਾਦਾ ਸੀ। ਫਿਰ ਰੋਜ਼ਮर्रा ਦੇ ਕੰਮ ਕਾਜ ਵਿੱਚ ਵਿਅਸਤ ਹੋ ਜਾਂਦੇ ਹਾਂ, ਪਰ ਮੈਥੋਂ ਭੁੱਲ ਨਹੀਂ ਹੋਇਆ। ਹੁਣ ਵੀ ਕਦੇ-ਕਦੇ ਇਹ ਸਭ ਪਰੇਸ਼ਾਨ ਕਰਦਾ ਹੈ। ਪੂਨਮ ਮੈਨੂੰ ਅਜੀਬ ਤਰ੍ਹਾਂ ਦੀ ਲੱਗਦੀ ਹੈ। ਉਹ ਮੇਰੇ ਵਾਂਗ ਫੇਸਬੁੱਕ 'ਤੇ ਆਪਣੀਆਂ ਫੀਲਿੰਗ ਨਹੀਂ ਲਿਖਦੀ। ਅੱਜ ਦੇ ਸਮੇਂ ਵਿੱਚ ਵੀ ਉਹ ਖਤ ਲਿਖਣ ਵਾਲੀ ਕੁੜੀ ਹੈ। ਉਹ ਹਰ ਹਫ਼ਤੇ ਮੈਨੂੰ ਇੱਕ ਖਤ ਲਿਖਦੀ ਹੈ। ਅਕਸਰ ਉਹਨਾਂ ਵਿੱਚ ਅਜਿਹੇ ਆਦਮੀਆਂ ਦਾ ਜ਼ਿਕਰ ਹੁੰਦਾ ਹੈ ਜਿਨ੍ਹਾਂ ਨਾਲ ਉਹ ਲੰਘੇ ਹੋਏ ਹਫ਼ਤੇ ਵਿੱਚ ਸੌਂਦੀ ਰਹੀ ਹੁੰਦੀ ਹੈ ਜਾਂ ਉਸ ਨੂੰ ਸੌਣਾ ਪੈਂਦਾ ਹੈ। ਮੈਂ ਉਸ ਨੂੰ ਬਹੁਤ ਵਾਰ ਕਿਹਾ ਕਿ ਤੂੰ ਕੋਈ ਹੋਰ ਕੰਮ ਕਿਉਂ ਨਹੀਂ ਕਰਦੀ। ਉਹ ਕਹਿੰਦੀ, ਘੱਟ ਸਮੇਂ ਵਿੱਚ ਵੱਧ ਪੈਸੇ ਕਮਾਉਣ ਦਾ ਇਹ ਸਭ ਤੋਂ ਚੰਗਾ ਸਾਧਨ ਹੈ। ਉਸ ਦੇ ਪਿਤਾ ਦੀ ਐਕਸੀਡੈਂਟ ਵਿੱਚ ਮੌਤ ਹੋਣ ਤੋਂ ਬਾਅਦ ਉਸ ਦੀ ਮਾਂ ਬਹੁਤ ਬਿਮਾਰ ਰਹਿੰਦੀ ਹੈ। ਉਸ ਦੀ ਮਾਂ ਸਦਮੇ ਵਿੱਚ ਚਲੀ ਗਈ ਸੀ। ਉਹ ਆਪਣੀ ਮਾਂ-ਬਾਪ ਦੀ ਇਕੱਲੀ ਸੰਤਾਨ ਹੈ। ਉਹ ਕਈ ਵਾਰ ਆਖਦੀ ਹੈ, ਦੀਦੀ, ਇੱਜ਼ਤ ਬਹੁਤ ਕੰਮ ਦੀ ਚੀਜ਼ ਹੈ, ਪਰ ਇਹ ਖਾਣ ਦੇ ਕੰਮ ਨਹੀਂ ਆਉਂਦੀ। ਮੈਨੂੰ ਪਤਾ ਹੈ, ਜਦੋਂ ਡਾਕਟਰ ਨੇ ਮਹਿੰਗੀਆਂ ਦਵਾਈਆਂ ਲਿਖੀਆਂ ਤਾਂ ਉਹ ਸਿਰਫ ਪੈਸੇ ਨਾਲ ਹੀ ਖਰੀਦੀਆਂ ਜਾ ਸਕਦੀਆਂ ਸਨ। ਉੱਥੇ ਤੁਹਾਡੀ ਪਵਿੱਤਰਤਾ ਜਾਂ ਭਾਵਨਾਵਾਂ ਦੇ 5 ਰੁਪਏ ਵੀ ਨਹੀਂ ਮਿਲਦੇ। ਉਸ ਨੂੰ ਡਾਕਟਰਾਂ ਨੇ ਦੱਸਿਆ ਹੈ ਕਿ ਉਸ ਦੀ ਮਾਂ ਵੱਧ ਤੋਂ ਵੱਧ 2 ਸਾਲ ਹੋਰ ਜਿੰਦਾ ਰਹਿ ਸਕਦੀ ਹੈ। ਪੂਨਮ ਆਖਦੀ ਹੈ ਕਿ ਮੈਨੂੰ ਪਤਾ ਹੈ ਕਿ ਮੇਰੀ ਮਾਂ ਦੀ ਮੌਤ ਹੋ ਜਾਣੀ ਹੈ, ਇਸ ਲਈ ਮੈਂ ਉਸ ਦੇ ਰਹਿਣ ਤੱਕ ਉਸ ਦੀ ਸੰਭਾਲ ਕਰਾਂਗੀ। ਫਿਰ ਵਿਦੇਸ਼ ਚਲੀ ਜਾਵਾਂਗੀ। ਉੱਥੇ ਕਿਸੇ ਚੰਗੇ ਆਦਮੀ ਨਾਲ ਆਪਣੀ ਲਾਈਫ ਸੈੱਟ ਕਰਨ ਦੀ ਕੋਸ਼ਿਸ਼ ਕਰਾਂਗੀ। ਮਾਇਰਾ ਫਿਰ ਕੁਝ ਦੇਰ ਚੁੱਪ ਹੋ ਗਈ। ਅਚਾਨਕ ਉਸ ਦੀਆਂ ਅੱਖਾਂ ਪਾਣੀ ਨਾਲ ਭਰ ਗਈਆਂ ਸਨ ਅਤੇ ਉਹ ਫਿਰ ਬੋਲਣ ਲੱਗੀ। ਮੈਂ ਕਦੇ ਵੀ ਨਹੀਂ ਸੀ ਸੋਚਿਆ ਕਿ ਮੇਰਾ ਭਰਾ ਮੇਰੇ ਨਾਲ ਬਲਾਤਕਾਰ ਕਰੇਗਾ, ਜਾਂ ਉਹ ਆਦਮੀ ਜੋ ਕਿ ਉਸ ਤਰ੍ਹਾਂ ਦਾ ਸੀ ਜਿਵੇਂ ਉਹ ਮੇਰਾ ਭਰਾ ਹੋਵੇ। ਭਾਵੇਂ ਬਲਵੰਤ ਮੇਰਾ ਸਗਾ ਭਰਾ ਨਹੀਂ ਸੀ, ਪਰ ਜਿਸ ਪਰਿਵਾਰ ਨੇ ਮੈਨੂੰ ਅਪਣਾਇਆ, ਆਪਣੇ ਕੋਲ ਰੱਖਿਆ ਅਤੇ ਉਸੇ ਤਰ੍ਹਾਂ ਰੱਖਿਆ ਜਿਵੇਂ ਆਪਣੇ ਬੱਚੇ ਨੂੰ ਰੱਖਿਆ ਜਾਂਦਾ ਹੈ। ਸੁਰਜੀਤ ਅੰਕਲ, ਜੋ ਬਾਅਦ ਵਿੱਚ ਮੇਰੇ ਲਈ ਪਿਤਾ ਬਣ ਗਏ ਸਨ।
ਭਾਵੇਂ ਇਹ ਮੇਰੇ ਅਸਲੀ ਪਿਤਾ ਨਹੀਂ ਸਨ ਅਤੇ ਬਲਵੰਤ ਦੇ ਅਸਲੀ ਪਿਤਾ ਸਨ, ਪਰ ਉਹਨਾਂ ਨੇ ਮੇਰੇ ਅਤੇ ਬਲਵੰਤ ਵਿੱਚ ਕਦੇ ਫਰਕ ਨਹੀਂ ਕੀਤਾ। ਬਲਵੰਤ ਵੀ ਛੋਟੇ ਹੁੰਦਿਆਂ ਮੇਰੇ ਨਾਲ ਇਸ ਤਰ੍ਹਾਂ ਹੀ ਰਿਹਾ, ਜਿਵੇਂ ਦੋ ਭੈਣ ਭਰਾ ਰਹਿੰਦੇ ਹਨ। ਪਰ ਬਹੁਤ ਕੁਝ ਹੈ ਜੋ ਆਦਮੀ ਦੀ ਸੋਚ ਬਦਲ ਦਿੰਦਾ ਹੈ। ਬਲਵੰਤ ਦਾ ਇੱਕ ਦੋਸਤ ਸੀ, ਉਸ ਦਾ ਨਾਮ ਅਮਰਜੀਤ ਸੀ। ਉਹ ਰੋਜ਼ ਸ਼ਰਾਬ ਪੀਣ ਵਾਲਾ ਆਦਮੀ ਸੀ। ਉਸਨੇ ਬਲਵੰਤ ਨੂੰ ਵੀ ਸ਼ਰਾਬੀ ਬਣਾ ਦਿੱਤਾ। ਉਹ ਇਕੱਠੇ ਸ਼ਰਾਬ ਕੱਢਦੇ ਸਨ। ਰੋਜ਼ ਸਾਡੇ ਘਰ ਸ਼ਾਮ ਨੂੰ ਦੇਰ ਤੱਕ ਸ਼ਰਾਬ ਪੀਂਦੇ। ਅਮਰਜੀਤ ਦੇ ਇਰਾਦੇ ਮੇਰੇ ਲਈ ਠੀਕ ਨਹੀਂ ਸਨ। ਬਲਵੰਤ ਦੇ ਸ਼ਰਾਬੀ ਹੋਣ 'ਤੇ ਕਈ ਵਾਰ ਅਮਰਜੀਤ ਨੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਮੇਰੇ ਲਗਾਤਾਰ ਵਿਰੋਧ ਕਾਰਨ ਅਮਰਜੀਤ ਮੇਰੇ ਲਈ ਨਫ਼ਰਤ ਨਾਲ ਭਰਨ ਲੱਗਿਆ। ਫਿਰ ਉਸਨੇ ਬਲਵੰਤ ਨੂੰ ਮੇਰੇ ਖਿਲਾਫ ਭੜਕਾਉਣਾ ਸ਼ੁਰੂ ਕਰ ਦਿੱਤਾ। ਉਹ ਉਸਨੂੰ ਕਹਿੰਦਾ ਕਿ ਤੂੰ ਇਸ ਦਾ ਵਿਆਹ ਕਿਸ ਨਾਲ ਕਰੇਂਗਾ? ਤੈਨੂੰ ਵਿਆਹ ਵਿੱਚ ਦਾਜ ਵੀ ਦੇਣਾ ਪਵੇਗਾ। ਤੇਰੀ ਇਹ ਲੱਗਦੀ ਕੁਝ ਨਹੀਂ, ਤੁਹਾਡਾ ਕੋਈ ਵੀ ਰਿਸ਼ਤਾ ਨਹੀਂ ਹੈ, ਇਸ ਲਈ ਤੈਨੂੰ ਹੀ ਇਸ ਨਾਲ ਵਿਆਹ ਕਰਵਾ ਲੈਣਾ ਚਾਹੀਦਾ ਹੈ। ਉਸਨੇ ਹਰ ਰੋਜ਼ ਅਜਿਹੀਆਂ ਗੱਲਾਂ ਕਰ ਕਰਕੇ ਬਲਵੰਤ ਦੇ ਮਨ ਵਿੱਚ ਮੇਰੇ ਲਈ ਹਵਸ ਪੈਦਾ ਕਰ ਦਿੱਤੀ ਅਤੇ ਇੱਕ ਰਾਤ ਜਦੋਂ ਅਮਰਜੀਤ ਉਸ ਨੂੰ ਕਾਫੀ ਸ਼ਰਾਬ ਪਿਲਾ ਕੇ ਚਲਾ ਗਿਆ ਤਾਂ ਬਲਵੰਤ ਨੇ ਮੇਰੇ ਨਾਲ ਰੇਪ ਕੀਤਾ। ਮੈਂ ਇਸ ਬਾਰੇ ਸਾਡੀ ਇੱਕ ਗੁਆਂਢਣ ਨੂੰ ਵੀ ਦੱਸਿਆ ਸੀ। ਉਸ ਤੋਂ ਸਭ ਨੂੰ ਪਤਾ ਲੱਗ ਗਿਆ। ਬਲਵੰਤ ਅਗਲੀ ਸਵੇਰ ਘਰੋਂ ਪਤਾ ਨਹੀਂ ਕਿੱਥੇ ਚਲਾ ਗਿਆ। ਫਿਰ ਮਾਇਰਾ ਕੁਝ ਦੇਰ ਚੁੱਪ ਰਹੀ। ਇੱਕ ਦਿਨ ਬਲਵੰਤ ਅਚਾਨਕ ਆ ਗਿਆ। ਕਰੀਬ 20 ਕੁ ਦਿਨਾਂ ਬਾਅਦ ਉਸ ਦੇ ਕੱਪੜੇ ਗੰਦੇ ਅਤੇ ਪਾਟੇ ਹੋਏ ਸਨ, ਵਾਲ ਖਿਲਰੇ ਹੋਏ ਸਨ। ਉਸ ਨੂੰ ਵੇਖਣ 'ਤੇ ਹੀ ਲੱਗਦਾ ਸੀ ਕਿ ਉਸ ਦਾ ਦਿਮਾਗੀ ਸੰਤੁਲਨ ਵਿਗੜ ਚੁੱਕਾ ਹੈ। ਉਹ ਵਾਰ-ਵਾਰ ਆਪਣੇ ਸਿਰ ਦੇ ਵਾਲ ਪੁੱਟ ਰਿਹਾ ਸੀ। ਘਰ ਦੇ ਵਿਹੜੇ ਵਿੱਚ ਆ ਕੇ ਉਹ ਪੂਰਾ ਦਿਨ ਖੜਾ ਰਿਹਾ, ਫਿਰ ਬੈਠ ਗਿਆ। ਉਹ ਇੱਕੋ ਗੱਲ ਵਾਰ-ਵਾਰ ਹੌਲੀ ਜਿਹੀ ਆਵਾਜ਼ ਵਿੱਚ ਬੋਲ ਰਿਹਾ ਸੀ, ਮੈਂ ਪਾਪ ਕੀਤਾ, ਮੈਂ ਪਾਪ ਕੀਤਾ। ਉਹ ਮੇਰੇ ਵੱਲ ਵੇਖ ਕੇ ਰੋ ਰਿਹਾ ਸੀ। ਇੱਕ ਦਿਨ ਅਤੇ ਪੂਰੀ ਇੱਕ ਰਾਤ ਉਹ ਉੱਥੇ ਘਰ ਦੇ ਵਿਹੜੇ ਵਿੱਚ ਬੈਠਾ ਰਿਹਾ। ਉਹ ਵਾਰ-ਵਾਰ ਬੇਹੋਸ਼ ਹੋ ਜਾਂਦਾ ਸੀ ਅਤੇ ਵਾਰ-ਵਾਰ ਪਾਣੀ ਪਾਣੀ ਕਹਿ ਰਿਹਾ ਸੀ। ਫਿਰ ਮੈਨੂੰ ਤਰਸ ਆ ਗਿਆ, ਬਹੁਤ ਕੁਝ ਯਾਦ ਆਇਆ। ਅੰਕਲ ਸੁਰਜੀਤ ਸਿੰਘ ਨੇ ਮੈਨੂੰ ਕਿਹਾ ਸੀ ਕਿ ਇਸ ਦਾ ਖਿਆਲ ਰੱਖੀ। ਮੈਂ ਉਸ ਨੂੰ ਪੀਣ ਲਈ ਪਾਣੀ ਦਿੱਤਾ, ਰੋਟੀ ਦਿੱਤੀ। ਉਸਨੇ ਥੋੜ੍ਹੀ ਜਿਹੀ ਰੋਟੀ ਕੰਬਦੇ ਹੱਥਾਂ ਨਾਲ ਖਾਧੀ। ਉਹ ਲਗਾਤਾਰ ਰੋਂਦਾ ਰਿਹਾ, ਪਰ ਇਹ ਗੱਲ ਵੀ ਸੱਚ ਸੀ। ਉਹ ਜੋ ਵੀ ਸੀ, ਮੇਰਾ ਉਸ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਸੀ। ਪਰ ਤੂੰ ਉਸ ਨੂੰ ਮਾਫ਼ ਕਿਵੇਂ ਕਰ ਦਿੱਤਾ? ਮੈਂ ਸੰਖੇਪ ਸਵਾਲ ਕੀਤਾ। ਉਸ ਦੇ ਪਰਿਵਾਰ ਦਾ ਬਹੁਤ ਵੱਡਾ ਅਹਿਸਾਨ ਸੀ ਮੇਰੇ 'ਤੇ। ਦੂਸਰੀ ਗੱਲ, ਹੁਣ ਉਸ ਨੂੰ ਕਿਸੇ ਦਾ ਵੀ ਗਿਆਨ ਨਹੀਂ ਸੀ। ਉਹ ਪਾਗਲ ਹੋ ਚੁੱਕਾ ਸੀ। ਅਜਿਹੇ ਆਦਮੀ 'ਤੇ ਸਿਰਫ ਤਰਸ ਖਾਧਾ ਜਾ ਸਕਦਾ ਹੈ। ਉਸਨੇ ਜੋ ਵੀ ਕੀਤਾ ਉਸ ਵਿੱਚ ਉਸ ਦਾ ਪੂਰਾ ਕਸੂਰ ਨਹੀਂ ਸੀ। ਮੈਂ ਉਸ ਨੂੰ ਮਾਫ਼ ਕਰ ਦਿੱਤਾ ਸੀ, ਪਤਾ ਨਹੀਂ ਕਿਉਂ। ਫਿਰ ਬਲਵੰਤ ਦੇ ਨਾਮ ਜੋ ਜ਼ਮੀਨ ਸੀ, ਮੈਂ ਆਪਣੇ ਨਾਮ ਕਰਵਾਈ। ਬਹੁਤ ਖੱਜਲ ਖੁਆਰੀ ਹੋਈ। ਫਿਰ ਜ਼ਮੀਨ ਵੇਚ ਦਿੱਤੀ ਅਤੇ ਮੈਂ ਕਈ ਥਾਵਾਂ ਤੋਂ ਘੁੰਮਦੀ ਹੋਈ ਅਖੀਰ ਇਸ ਆਸ਼ਰਮ ਵਿੱਚ ਆ ਗਈ। ਕੀ ਹੁਣ ਬਲਵੰਤ ਜਿਉਂਦਾ ਹੈ ਜਾਂ? ਮਾਇਰਾ ਨੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ। ਉਹ ਬਹੁਤ ਦੇਰ ਚੁੱਪ ਬੈਠੀ ਰਹੀ। ਮੈਂ ਉਸ ਨੂੰ ਦੁਬਾਰਾ ਇਹ ਸਵਾਲ ਨਹੀਂ ਪੁੱਛਿਆ। ਉਡੀਕ ਕਰਦਾ ਰਿਹਾ ਕਿ ਉਹ ਕੁਝ ਬੋਲੇ। ਕਾਫੀ ਸਮੇਂ ਬਾਅਦ ਮਾਇਰਾ ਨੇ ਮੇਰੇ ਵੱਲ ਵੇਖਿਆ ਤੇ ਉੱਠ ਕੇ ਤੁਰ ਪਈ। ਮੈਂ ਉਸ ਦੇ ਪਿੱਛੇ ਤੁਰਿਆ ਜਾ ਰਿਹਾ ਸੀ। ਉਹ ਆਸ਼ਰਮ ਦੇ ਇੱਕ ਕਮਰੇ ਦੇ ਦਰਵਾਜ਼ੇ ਅੱਗੇ ਜਾ ਕੇ ਰੁਕ ਗਈ। ਮੈਂ ਵੀ ਉਸ ਦੇ ਨਾਲ ਹੀ ਕਮਰੇ ਦੇ ਦਰਵਾਜ਼ੇ 'ਤੇ ਸਾਂ। ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ। ਕਮਰੇ ਦੇ ਅੰਦਰ ਥੋੜ੍ਹਾ ਜਿਹਾ ਹਨੇਰਾ ਸੀ। ਕਮਰੇ ਵਿੱਚ ਇੱਕ ਬਹੁਤ ਕਮਜ਼ੋਰ ਤੇ ਪਾਗਲ ਦਿਸਣ ਵਾਲਾ ਆਦਮੀ ਕੁਰਸੀ 'ਤੇ ਬੈਠਾ ਸੀ, ਜੋ ਸਿਰ
ਝੁਕਾ ਕੇ ਧਰਤੀ ਵੱਲ ਵੇਖ ਰਿਹਾ ਸੀ। ਉਸ ਦੇ ਸਿਰ ਦੇ ਵਾਲ ਬੁਰੀ ਤਰ੍ਹਾਂ ਖਿਲਰੇ ਹੋਏ ਸਨ। ਮਾਇਰਾ ਨੇ ਹੱਥ ਚੁੱਕਿਆ ਤੇ ਉਸ ਆਦਮੀ ਵੱਲ ਉਂਗਲ ਨਾਲ ਇਸ਼ਾਰਾ ਕੀਤਾ ਤੇ ਸਿਰਫ ਇੰਨਾ ਹੀ ਕਿਹਾ, ਇਹ ਹੈ ਬਲਵੰਤ ਤੇ ਮੈਂ ਹਾਲੇ ਤੱਕ ਇਸ ਦਾ ਖਿਆਲ ਰੱਖਦੀ ਹਾਂ। ਮੇਰਾ ਪੂਰਾ ਸਰੀਰ ਕੰਬ ਗਿਆ ਸੀ। ਮਾਇਰਾ ਦੀਆਂ ਅੱਖਾਂ ਪਥਰਾਈਆਂ ਹੋਈਆਂ ਸਨ, ਬਿਲਕੁਲ ਵੀ ਕਿਸੇ ਵੀ ਭਾਵ ਤੋਂ ਬਿਨਾਂ, ਬਿਲਕੁਲ ਖਾਲੀ। ਹੁਣ ਮੈਨੂੰ ਸਮਝ ਆਈ ਸੀ ਕਿ ਸੁਬੋਧ ਇਹ ਗੱਲ ਕਿਉਂ ਆਖਦਾ ਸੀ ਕਿ ਮਾਇਰਾ ਦੇਵੀ ਹੈ, ਉਹ ਪਰਮਾਤਮਾ ਹੈ। ਇਹੀ ਵਜ੍ਹਾ ਹੈ ਮੈਂ ਉਸਨੂੰ ਪਿਆਰ ਕਰਦਾ ਹਾਂ। ਉਸ ਦੇ ਬਰਾਬਰ ਦੀ ਔਰਤ ਲੱਭਣੀ ਔਖੀ ਹੈ। ਸੋ ਦੋਸਤੋ, ਇਹ ਸੀ ਮੱਖੀਆਂ ਨਾਵਲ ਦਾ ਭਾਗ 14 ਜੋ ਆਖਰੀ ਭਾਗ ਸੀ। ਤੁਹਾਨੂੰ ਇਹ ਨਾਵਲ ਕਿਵੇਂ ਦਾ ਲੱਗਾ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਜੇ ਇਸੇ ਤਰ੍ਹਾਂ ਦੇ ਹੋਰ ਨਾਵਲ ਸੁਣਨਾ ਚਾਹੁੰਦੇ ਹੋ ਤਾਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸੋ। ਧੰਨਵਾਦ ਜੀ।